ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। ਇੰਗਲਿਸ਼ ਮੀਡੀਅਮ ਦੀ 8th ਕਲਾਸ ਦੀ ਮੈਥ ਦੀ ਬੁੱਕ ਚੈਪਟਰ ਨੰਬਰ 9 ਮੈਂਸੂਰੇਸ਼ਨ ਐਕਸਰਸਾਈਜ਼ 9.4 ਤੇ ਇਸ ਐਕਸਰਸਾਈਜ਼ ਦੇ ਨੈਕਸਟ 3 ਕੁਐਸਚਨਸ 7th 8th ਐਂਡ 9th ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਤੇ ਸਮਝੋ। ਸੋਲੂਸ਼ਨਸ ਨੂੰ ਆਪਣੀ ਨੋਟਬੁੱਕ ਵਿੱਚ ਕਾਪੀ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਇਹਨਾਂ ਕੁਐਸਚਨਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 8th ਕਲਾਸ ਨਾਲ ਜੁੜੀਆਂ ਹੋਈਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ ਹਨ। ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰਕੇ ਉਹਨਾਂ ਨੂੰ ਵੀ ਜ਼ਰੂਰ ਖੋਲ ਕੇ ਦੇਖੋ। ਇੱਕ ਹੈਗੀ ਹੈ 8th ਮੈਥ ਨੋਟਸ, ਫਿਰ ਹੈਗੀ ਹੈ 8th ਸਾਇੰਸ, ਇੱਕ ਹੈਗੀ 8th ਇੰਗਲਿਸ਼, 8th ਗ੍ਰਾਮਰ, ਫਿਰ ਹੈਗੀ ਹੈ ਮੈਥ ਕਨਸੈਪਟਸ ਤੇ ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਦੇਖिए बच्चों ने वाले क्वेश्चंस। क्वेश्चन नंबर 7th है अ सूटकेस विद मेजरमेंट 80 centimeter into 48 centimeter into 24 centimeter is to be covered with a cloth. How many meters of cloth of width 96 centimeter is required to cover the suitcase? So बड़ा बच्चों इंटरेस्टिंग ते प्रैक्टिकल क्वेश्चन है। ਅਸੀਂ ਜਾਣਦੇ ਹਾਂ ਕਿ ਜਿਹੜਾ ਸੂਟਕੇਸ ਹੁੰਦਾ ਬੱਚੇ ਉਹਦੀ ਸ਼ੇਪ ਕਿਊਬਾਇਡ ਵਰਗੀ ਹੁੰਦੀ ਹੈ, ਠੀਕ ਹੈ। ਸੋ ਜਿਹੜਾ ਮੈਜ਼ਰਮੈਂਟਸ ਹੈਗੀਆਂ ਇਹਨਾਂ ਕੀ ਲੈਂਥ, ਬ੍ਰੈਡਥ ਐਂਡ ਹਾਈਟ ਹੋ ਗਈ। So measurement of the suitcase is equal to 80 centimeter into 48 centimeter into 24 centimeter, or L is equal to 80 centimeter, B breadth is equal to 48 centimeter, H height is equal to 24 centimeter. ਹੁਣ ਬੱਚੇ ਸਾਨੂੰ ਜਾਣਦੇ ਹਾਂ ਕਿ ਜਿੰਨਾ ਪੂਰਾ ਕਲੋਥ ਉੱਤੇ ਕਵਰ ਹੋਏਗਾ ਉਹ ਜਿੰਨਾ ਸਰਫੇਸ ਏਰੀਆ ਹੋਏਗਾ ਕਿਊਬਿਡ ਦਾ ਉਹਦੇ ਬਰਾਬਰ ਹੋਏਗਾ। ਸੋ ਇਟਸ ਵੈਰੀ obvious. So the total cloth required is equal to total surface area of the suitcase. ਹੁਣ ਸਾਨੂੰ ਟੋਟਲ ਸਰਫੇਸ ਏਰੀਆ ਆਫ ਦੀ ਸੂਟਕੇਸ ਵਿਚ ਇਜ਼ ਆਫ ਦੀ ਸ਼ੇਪ ਆਫ ਅ ਕਿਊਬਾਇਡ ਸਾਨੂੰ ਪਤਾ ਹੋਣਾ ਚਾਹੀਦਾ। ਉਹ ਫਾਰਮੂਲਾ ਹੈ 2 ਬ੍ਰੈਕਟ ਵਿੱਚ L into B plus B into H plus H into L। ਇਹ ਫਾਰਮੂਲਾ ਹੈਗਾ। ਸੋ ਇਹ ਸਾਰੀ ਜਿਹੜੀਆਂ ਫਿਗਰਸ ਨੇ ਅਸੀਂ ਇੱਥੋਂ ਦੀ ਲੈ ਕੇ ਆਏ ਵਿੱਚ ਪਾ ਦਾਂਗੇ। 2 ਬ੍ਰੈਕਟ in 80 into 40 plus 40 into 24 plus 24 into 80। ਸੋ ਇਹ ਹੋ ਗਿਆ 2 ब्रीथ इन ब्रैकेट 3200 plus 960 plus 1920 ऐड करके आ गया 6080। सो 2 into 6080 equal to 12,160 centimeter square. That is 12,160 centimeter square of cloth will be needed to cover the suitcase. पर आंसर पूरा नहीं होया क्योंकि उन्होंने यह नहीं किया कि टोटल क्लॉथ कितना चाहिए, उन्होंने क्या टोटल क्लॉथ की लेंथ कितनी चाहिए है। असी लेंथ पता करनी है तो उसकी विड्थ दी हुई है। आओ देखिए उन्होंने कितना करना है। सो हमें दोबारा इतने लिख देता है फॉर द कंटिन्यूटी दैट इज 12,160 centimeter square of cloth will be needed to cover the suitcase। ठीक है। ਹੁਣ ਸਾਨੂੰ ਪਤਾ ਹੈ ਬੱਚਿਓ it is obvious that the cross roll is rectangular in shape। ਤੁਸੀਂ ਕਦੀ ਬਾਜ਼ਾਰ ਗਏ ਹੋ, ਬਜਾਜਾਂ ਦੇ ਕੋਲ ਜੋ ਕੱਪੜੇ ਵੇਚਦੇ ਨੇ ਤੇ ਥਾਨ ਖੋਲੋ ਤੇ ਜਿਹੜੇ ਕੱਪੜਾ ਦਿੰਦਾ ਕੱਟ ਕੇ ਉਹ ਲੰਬਾਈ ਕੱਟ ਕੇ ਦਿੰਦਾ ਤੇ ਉਹਦੀ ਚੌੜਾਈ ਤੇ ਫਿਕਸ ਹੁੰਦੀ ਹੈ। ਸੋ ਇਹਦਾ ਮਤਲਬ ਜੋ ਕਲੌਥ ਹੈਗਾ ਰੋਲ ਨੂੰ ਜਿਹੜੇ ਖੋਲਦੇ ਹੋ ਇਟ ਇਜ਼ ਰੈਕਟੈਂਗੂਲਰ ਇਨ ਸ਼ੇਪ ਤੇ ਉਹਦੀ ਚੌੜਾਈ 96 ਸੈਂਟੀਮੀਟਰ ਦਿੱਤੀ ਇਹਨਾਂ ਨੇ ਤੇ ਇਹਨਾਂ ਨੇ ਕਿੰਨਾ ਲੰਬਾਈ ਕਲੌਥ ਦੀ ਕਿੰਨੀ ਲੰਬਾਈ ਦੀ ਲੋੜ ਪਏਗੀ। ਸੋ ਇਹਦਾ ਮਤਲਬ ਕੀ ਹੈ ਸੋ ਦੀ ਕਲੌਥਸ ਏਰੀਆ ਇਜ਼ ਇਕੁਅਲ ਟੂ ਲੈਂਥ ਇਨਟੂ ਬ੍ਰੈਡਥ। ਠੀਕ ਹੈ ਨਾ। ਸੋ ਕਲੌਥ ਦਾ ਏਰੀਆ ਕਿੰਨਾ ਹੈ 12,160 ਸੈਂਟੀਮੀਟਰ ਸਕੁਅਰ ਇਜ਼ ਇਕੁਅਲ ਟੂ 96 ਜਿਹੜੀ ਸੈਂਟੀਮੀਟਰ ਹੈ ਉਹ ਬ੍ਰੈਡਥ ਦਿੱਤੀ ਹੋਈ ਹੈ ਤੇ ਇਨਟੂ ਲੈਂਥ। ਠੀਕ ਹੈ। ਹੁਣ ਲੈਂਥ ਕਿਹਦੇ ਬਰਾਬਰ ਹੋ ਜਾਏਗੀ? ਲੈਂਥ ਇਜ਼ ਇਕੁਅਲ ਟੂ 12,160 ਸੈਂਟੀਮੀਟਰ ਤੇ 96 ਥੱਲੇ ਆ ਜਾਏਗਾ। So length is equal to 12,160 centimeter square divided by 96 centimeter। ਹੁਣ ਸੈਂਟੀਮੀਟਰ ਦੇ ਨਾਲ 1 ਸੈਂਟੀਮੀਟਰ ਕੱਟ ਜਾਏਗਾ, ਇਹ ਸਕੁਅਰ ਹੈਗਾ ਤੇ ਇੱਥੇ ਇੱਕ ਸਿੰਗਲ ਹੈਗਾ। ਸੋ ਇਹ ਪਾਵਰ ਜਿਹੜੀ ਹੈ ਇੱਕ ਪਾਵਰ ਕੱਟ ਜਾਏਗੀ, ਇੱਥੇ ਇਕੱਲਾ ਸੈਂਟੀਮੀਟਰ ਆ ਜਾਏਗਾ ਤੇ 96 ਨੂੰ ਨਾਲ ਜਿਹੜੇ 12,160 ਨੂੰ ਡਿਵਾਈਡ ਕਰੋਗੇ ਤੇ ਸਾਡੇ ਕੋਲ ਆ ਜਾਏਗਾ 126.67 ਸੈਂਟੀਮੀਟਰ। ਇਹ ਆ ਗਈ ਤੁਹਾਡੀ ਲੈਂਥ ਇਨ ਸੈਂਟੀਮੀਟਰ। ਤੇ ਹੁਣ ਬੱਚਿਓ ਕਦੀ ਕਦੀ ਉਹ ਕਹਿ ਸਕਦੇ ਨੇ ਗਿਵ ਦੀ ਲੈਂਥ ਇਨ ਮੀਟਰਸ। ਸੋ ਇਹਨੂੰ ਕੀ ਕਰਾਂਗੇ ਮੀਟਰ ਵਿੱਚ ਕਨਵਰਟ ਕਰਨ ਲਈ ਸੈਂਟੀਮੀਟਰ ਨੂੰ 100 ਨਾਲ ਡਿਵਾਈਡ ਕਰਨਾ ਪੈਂਦਾ ਹੈ। ਸੋ 125.67 ਡਿਵਾਈਡ ਬਾਈ 100 ਮੀਟਰ। ਸੋ ਇਹ ਦੋ ਡੈਸੀਮਲ 2 ਪੁਆਇੰਟ ਇਧਰ ਸ਼ਿਫਟ ਹੋ ਜਾਏਗਾ। ਸੋ 1.2567 ਇੱਥੇ 5 ਸੀ ਬੱਚਿਓ, ਸੌਰੀ 6 ਇੱਥੇ 6 ਹੈਗਾ ਬੱਚਿਓ, ਮੈਂ ਟਾਈਪਿੰਗ ਮਿਸਟੇਕ ਹੋ ਗਈ ਹੈ, ਕੋਈ ਗੱਲ ਨਹੀਂ, ਇੱਥੇ ਸੇਮ ਆ ਗਿਆ 1.2667 ਤੇ ਇਹਨੂੰ ਰਾਊਂਡ ਫਿਗਰ ਕਰ ਦਾਂਗੇ। ਸੋ ਅਪਰੋਕਸੀਮੇਟਲੀ 1.27 ਮੀਟਰ ਇਹ ਆ ਗਿਆ ਸਾਡਾ ਆਂਸਰ। ਸੋ 1.27 meter of cloth of width 96 centimeters is required to cover the suitcase।
ਸੋ ਬੱਚੋ ਇੱਥੇ 126.67 ਹੈਗਾ, not 125.67, ਕਿਉਂਕਿ ਇੱਥੇ ਟਾਈਪਿੰਗ ਮਿਸਟੇਕ ਹੋ ਗਈ ਮੇਰੇ ਕੋਲ, ਤੇ ਤੁਸੀਂ ਇਹਨੂੰ 6 ਕਰ ਲੈਣਾ, ਕੋਈ ਗੱਲ ਨਹੀਂ, ਵੈਸੇ ਕੋਈ ਵੱਡਾ ਇਸ਼ੂ ਨਹੀਂ ਹੈਗਾ, ਇਹਨੂੰ ਮੈਂ ਕਰ ਦੇਣਾ ਨਹੀਂ ਤੇ ठीक है, S6 हो गया, ठीक है। सो 1.27 मीटर इज दी लेंथ ऑफ दी क्लॉथ। आगे देखिए नेक्स्ट क्वेश्चन, 2 पार्ट्स है, बड़ा इंटरेस्टिंग क्वेश्चन है बच्चे अभी। व्हाट विल हैपन टू द सरफेस एरिया ऑफ अ क्यूब इफ द एज इज पार्ट 1 ट्रिपल्ड, बड़ी 3 टाइम्स कर दिता जाए, 3 गुणा कर दिता जाए, पार्ट 2 इज हाफ्ड, उन्होंने हाफ कर दिता जाए, अद्धा कर दिता जाए। सो बच्चों इस टाइप के क्वेश्चन आंसर की करने का एक तरीका होंगे है, लिखा हुआ है, तो तुसी स्टैप बाय स्टैप इसको करने की प्रैक्टिस कर लेनी। सो पार्ट 1, सपोज द एज ऑफ द क्यूब इज इक्वल टू एल, एल ले लो, ए ले लो, बी ले लो, कुछ भी एक्स वाई है ना। सो द क्यूब्स एरिया सानू पता है 6l² होंगे, ठीक है ना। ऑन ट्रिपलिंग द क्यूब्स एज लेंथ की हो जाएगी, ऑन ट्रिपलिंग कॉमा तिगुना करने द क्यूब्स एज की हो जाएगा 3l, 3 टाइम्स हो जाएगा ट्रिपल करते। सो द न्यू क्यूब्स एरिया की हो जाएगा 6, क्योंकि 6 है ना, हूँ L की हो गया 3l हो गया, सो 3l पूरे का होल स्क्वायर हो जाएगा। सो यह हो जाएगा 3 3 9 स्क्वायर करके, तो यह बन जाएगा l², ठीक है बच्चों। हूँ असी की करेंगे, 9 बाहर लेवांगे, 6 अंदर लेवांगे, कर सकते हैं इस तरह है ना, कि बिकॉज 3 × 4 इज 12 एंड 4 × 3 इज ऑल्सो 12, ठीक है ना। 7 × 3 इज 21, तो 3 × 7 इज ऑल्सो 21। सो 6 ਨੂੰ ਅਸੀਂ ਅੰਦਰ ਲੈਵਾਂਗੇ, 9 ਨੂੰ ਬਾਹਰ ਲੈਵਾਂਗੇ, ਸੋ 9 ਬਾਹਰ ਆ ਗਿਆ 6। ਹੁਣ ਬੱਚਾ ਦੇਖੋ 6l² ਕੀ ਹੈਗਾ, 6l² इज क्यूब्स, ओरिजिनल क्यूब्स एरिया, ठीक है। सो इतने मैं लिख देता 9 6l² की जगह लिख देता ओरिजिनल क्यूब्स एरिया। सो ओरिजिनल क्यूब्स एरिया कितने ना मल्टीप्लाई हो रहा है, 9 के नाल मल्टीप्लाई हो रहा है। इट मीन्स ऑन ट्रिपलिंग द एज द क्यूब्स एरिया विल बिकम 9 टाइम्स। सो दैट इज ऑन ट्रिपलिंग द एज the surface area of a cube will become 9 times the original cubes area। जो पहला क्यूब सीगा ਉਹਦਾ ਏਰੀਆ ਜਿੰਨਾ ਹੋਏਗਾ, अगर उस एज ਨੂੰ 3 टाइम्स कर दिता जाए तो सरफेस एरिया will become 9 टाइम्स 9 गुना हो जाएगा, ठीक है। ਹੁਣ दूसरा पार्ट है हाफ्ड, जे हाफ कर दिता जाए फिर की होएगा। सो अगेन वही प्रोसीजर है बच्चों, सपोज द एज ऑफ द क्यूब इज इक्वल टू l, सो द क्यूब्स एरिया इज इक्वल टू 6l²। ऑन हाविंग अद्धा करन ते the cubes edge is equal to l by 2 हो जाएगा ना। so the new cubes area will be 6, जो फार्मूला है ये, ते l की जगह l by 2 होल द स्क्वायर। सो जो होल द स्क्वायर करांगे तो आ जाएगा l² ते 2 to the 4, l तो 4 हो जाएगा। हुण 1/4 असीं बाहर लेवांगे, सो 1/4 बाहर आ गया ते 6 जिहड़ा अंदर आ गया। हुण बच्चों 6l² के बराबर है ओरिजिनल क्यूब्स एरिया। सो इत्थे मैं लिख देता ओरिजिनल क्यूब्स एरिया। सो की होगा 1/4, 1/4 हो जाएगा, 1/4 हो जाएगा। दैट इज on halving the edge ਨੂੰ half ਕਰਨ ਤੇ the surface area of a cube will become 1/4 times or 1/4 the original cubes area। इस ढंग ਦੇ ਨਾਲ આપણે सॉल्व कर लेने। और अगला क्वेश्चन देखिए, यह भी बड़ा इंटरेस्टिंग क्वेश्चन है बच्चों। कहने 3 cubes each of side 5 cm, 3 cubes है ने ਤੇ ਤਿੰਨਾਂ ਦੀ ਜੋ ਸਾਈਡ ਹੈਗੀ ਹੈ ਉਹ 5 cm ਦੀ ਹੈ, are placed end to end। फाइंड द सरफेस एरिया ऑफ द क्यूबॉइड एज फॉर्म्ड। एज मतलब एंड टू एंड में नाल जोड़ के रख दिता है। देखो मैं डायग्राम बनाता तुहाडे लई सौखा करने लई। एक क्यूब है रखिया, एंड टू एंड इहदे नाल जोड़ के रखिया, इहदे एंड ते जोड़ के रखिया, तो की बन गया जो क्यूबॉइड बन गया। हुण इट इज़ नो लॉन्गर अ क्यूब, हुण क्यूब नहीं रह गया, एक क्यूबॉइड बन गया। सो इहनूं किस तरह करना है बच्चों, कहंदे क्यूबॉइड दा सरफेस एरिया पता करो। फॉर अ क्यूब ऑफ साइड 5 cm, लेंथ इज इक्वल टू ब्रेड्थ इज इक्वल टू हाइट इज इक्वल टू 5 cm। ऐसा नूं पता ही है ना। ये देखो F5 ते F5, ठीक है। ऑन ज्वाइनिंग 3 सच क्यूब्स एंड टू एंड वी हैव, सी डायग्राम देखो, ਇਹੋ ਜਿਹੇ 3 क्यूब्स ਨੂੰ एंड टू एंड सिरे का सिरा जोड़ के सानू की प्राप्त होएगा, L इज इक्वल टू 5 + 5 + 5 इज इक्वल टू 15 cm। यह जोड़ दिता, हूँ लंबाई कितनी होगी बच्चों यदि, क्यूबॉइड बन गया ना, क्यूबॉइड बन गया, लंबाई होगी 5 + 5 + 5 15 cm होगी। ब्रेड्थ हुई सेम रही तो हाइट भी सेम रही, हाइट में कोई चेंज नहीं आई, ब्रेड्थ में कोई चेंज नहीं आएगी, पर लेंथ जी बच्चों वो 3 क्यूब की लेंथ ऐड हो गई। सो 5 + 5 + 5 15 cm, ब्रेड्थ इज इक्वल टू 5 cm, h इज इक्वल टू 5 cm। द सरफेस एरिया ऑफ द क्यूबॉइड सो फॉर्म्ड, तो क्यूबॉइड का सानू फॉर्मूला पता है बच्चों, 2 विदिन ब्रैकेट LB + BH + BL। सो सारी फिगर्स पढ़ देवांगे। L इज 15, B इज 5,
B is 5, H is 5, फिर आ गया H is 5 ਤੇ L is 15, सो आ गया 5 5 25 नहीं 15 5 75, 5 5 ਦਾ 25, 5 into 15 75, so 75 75 कितना हो गया 150, 150 plus 25 175, so 2 into 175 ਤੇ ਆ ਗਿਆ 350 centimeter square is our answer. It means if you join end to end 3 cubes of 5 centimeter side, you will get a cuboid whose surface area will be 350 centimeter square. So इस ढंग ਦੇ ਨਾਲ ਬੱਚਿਓ ਐਵਰੇਜ ਸਵਾਲ ਕਰੀਦੇ ਨੇ। ਜੇ ਤੁਸੀਂ ਇਸ ਤਰ੍ਹਾਂ ਡਾਇਗਰਾਮ ਬਣਾ ਲਓ ਤੇ ਤੁਹਾਨੂੰ ਫਿਰ ਗਲਤੀ ਦੀ ਗੁੰਜਾਇਸ਼ ਨਹੀਂ ਰਹਿ ਜਾਏਗੀ ਤੇ ਸਵਾਲ ਵੀ ਤੁਹਾਨੂੰ ਬੜੀ ਜਲਦੀ ਬੜਾ ਸਪਸ਼ਟ ਰੂਪ ਵਿੱਚ ਸਮਝ ਆ ਜਾਏਗਾ ਕਿ ਅਸੀਂ ਕਿਸ ਤਰ੍ਹਾਂ ਕੀਤਾ ਹੈ ਤੇ ਲੈਂਥ ਜਿਹੜੀ ਹੈ 15 ਕਿਵੇਂ ਹੋ ਗਈ ਹੈ ਔਰ ਕਿਵੇਂ there is no change in the breadth and the height, ਹਾਈਟ ਵਿੱਚ ਔਰ ਬ੍ਰੈਡਥ ਵਿੱਚ ਕੋਈ ਚੇਂਜ ਨਹੀਂ ਆਈ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਇਸ ਐਕਸਰਸਾਈਜ਼ ਦੇ 3 ਕੁਐਸਚਨਸ 7, 8 ਐਂਡ 9 ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।